ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਅੱਜ ਆਪਾਂ ਕੈਮਿਸਟਰੀ ਦੀ ਜੋ ਮਾਸਟਰ ਕੈਡਰ ਦੀ ਸੀਰੀਜ਼ ਸਟਾਰਟ ਕੀਤੀ ਹੈ ਉਸ ਨੂੰ ਕੰਟੀਨਿਊ ਕਰਾਂਗੇ। ਨੈਕਸਟ ਟੌਪਿਕ ਕਰਾਂਗੇ। ਲਾਸਟ ਆਪਾਂ ਸਰਫੇਸ ਕੈਮਿਸਟਰੀ ਸਟਾਰਟ ਕੀਤੀ ਸੀ, ਉਸਦੇ ਬੇਸਿਕਸ ਆਪਾਂ ਕਰ ਲਏ ਸੀ। ਮੀਨਸ ਅੱਜ ਆਪਣਾ ਪਾर्ट 2 है। ਅੱਜ ਦਾ ਜੋ ਆਪਣਾ ਫਸਟ ਟੌਪਿਕ ਹੈ ਉਹ ਹੈ ਐਡਜ਼ੋਰਪਸ਼ਨ ਆਈਸੋਥਰਮ। ਦੇਖੋ ਐਡਜ਼ੋਰਪਸ਼ਨ ਆਈਸੋਥਰਮ ਕੀ ਹੁੰਦਾ ਹੈ। ਹੁਣ ਕਿਸੇ ਵੀ ਚੀਜ਼ ਨੂੰ ਸਮਝਣ ਦੇ ਲਈ ਆਪਾਂ ਨੂੰ ਕਿਸ ਦੀ ਜ਼ਰੂਰਤ ਪੈਂਦੀ ਹੈ? ਕਰਵਸ ਨੂੰ। ਆਈਸੋਥਰਮ ਮਤਲਬ ਐਡਜ਼ੋਰਪਸ਼ਨ ਆਈਸੋਥਰਮ ਦਾ ਮਤਲਬ ਹੈ ਕਰਵਸ। ਉਹ ਅਮਾਊਂਟ ਆਫ ਗੈਸ ਦੀ ਵੇਰੀਏਸ਼ਨ ਦੱਸਣੀ ਹੈ ਜੋ ਐਡਜ਼ੋਰਬੈਂਟ ਦੁਆਰਾ ਕੀ ਹੈ ਐਡਜ਼ੋਰਬ ਕੀਤੀ ਗਈ ਹੈ। ਕਿਸ ਦੇ ਨਾਲ? ਪ੍ਰੈਸ਼ਰ ਦੇ ਨਾਲ। ਇਸ ਦੇ ਵਿੱਚ ਜੋ ਆਪਣਾ ਟੈਂਪਰੇਚਰ ਹੋਏਗਾ ਉਹ ਕੀ ਹੋਏਗਾ? ਕੌਨਸਟੈਂਟ। ਮੀਨਸ ਕੌਨਸਟੈਂਟ ਟੈਂਪਰੇਚਰ ਤੇ ਕਿੰਨੀ ਅਮਾਊਂਟ ਆਫ ਗੈਸ ਕੀ ਹੈ ਐਡਜ਼ੋਰਬ ਕੀਤੀ ਗਈ ਹੈ, ਕਿਸ ਦੇ ਦੁਆਰਾ? ਐਡਜ਼ੋਰਬੈਂਟ ਦੇ ਦੁਆਰਾ। ਲਾਸਟ ਜੋ ਆਪਣਾ ਲੈਕਚਰ ਸੀ ਉਸ ਦੇ ਵਿੱਚ ਕੀ ਹੈ ਮੈंने ਪ੍ਰੋਪਰ ਵੇ ਦੇ ਵਿੱਚ ਡਿਫਰੈਂਸ ਦੱਸਿਆ ਸੀ ਐਡਜ਼ੋਰਬੈਂਟ ਐਂਡ ਐਡਜ਼ੋਰਬੇਟ ਦਾ। ਆਈ ਹੋਪ ਉਸ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਕਿੰਨੀ ਅਮਾਊਂਟ ਆਫ ਗੈਸ ਐਡਜ਼ੋਰਬ ਕੀਤੀ ਗਈ ਹੈ ਕਿਸ ਦੇ ਦੁਆਰਾ? ਐਡਜ਼ੋਰਬੈਂਟ ਦੇ ਦੁਆਰਾ। ਉਸ ਦਾ ਜੋ ਗ੍ਰਾਫ ਹੋਏਗਾ ਉਹ ਪ੍ਰੈਸ਼ਰ ਦੇ ਨਾਲ ਦੇਖਾਂਗੇ, ਜੋ ਟੈਂਪਰੇਚਰ ਹੋਏਗਾ ਉਹ ਕੌਨਸਟੈਂਟ ਹੋਏਗਾ। ਇਹ ਗ੍ਰਾਫ ਹੈ ਦੇਖੋ, ਅਲੱਗ-ਅਲੱਗ ਇਹਦੇ ਵਿੱਚ ਕੀ ਲਈਆਂ ਨੇ ਆਪਾਂ ਨੇ? ਵੇਰੀਏਸ਼ਨਸ ਲਈਆਂ। ਜਿਵੇਂ ਅਗਰ ਆਪਾਂ ਗੱਲ ਕਰੀਏ ਪ੍ਰੈਸ਼ਰ ਦੇ ਨਾਲ ਗ੍ਰਾਫ ਹੈ, ਜਿਵੇਂ ਇਹ ਆਪਣਾ ਹੈਗਾ 244 ਕੈਲਵਿਨ ਤੇ ਇਹ 195 ਕੈਲਵਿਨ ਤੇ, ਕਿ ਕਿੰਨਾ ਪ੍ਰੈਸ਼ਰ ਦੇ ਨਾਲ ਕੀ ਹੈ ਗੈਸ ਦਾ ਵਿੱਚ ਚੇਂਜ ਆ ਰਿਹਾ ਟੈਂਪਰੇਚਰ ਨੂੰ ਕੌਨਸਟੈਂਟ ਰੱਖਦੇ ਹੋਏ। ਕਲੀਅਰ? ਉਸ ਨੂੰ ਆਪਾਂ ਕੀ ਬੋਲਦੇ ਹਾਂ? ਐਡਜ਼ੋਰਪਸ਼ਨ ਆਈਸੋਥਰਮ। ਇਸ ਤੋਂ ਬਾਅਦ ਆਪਣੇ ਕੋਲ ਕੀ ਇੱਕ ਸਾਇੰਟਿਸਟ ਆਏ ਫਰੈਂਡਲਿਚ, ਉਹਨਾਂ ਨੇ ਕੀ ਹੈ ਆਪਾਂ ਨੂੰ ਕੀ ਹੈ ਐਡਜ਼ੋਰਪਸ਼ਨ ਆਈਸੋਥਰਮ ਦੀ ਇੱਕ ਡੈਰੀਵੇਸ਼ਨ ਦਿੱਤੀ। ਉਹਨਾਂ ਨੇ ਗ੍ਰਾਫ ਦੇ ਥਰੂ ਆਪਾਂ ਨੂੰ ਸਮਝਾਇਆ। ਦੇਖੋ ਹੁਣ ਕਿਸੇ ਵੀ ਚੀਜ਼ ਦਾ ਅਗਰ ਆਪਾਂ ਨੂੰ ਮੈਥਮੈਟੀਕਲ ਐਕਸਪ੍ਰੈਸ਼ਨ ਪਤਾ ਹੈ ਤਾਂ ਆਪਾਂ ਉਸ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕੀ ਹੈ ਸਮਝ ਸਕਦੇ ਹਾਂ। ਤਾਂ ਇਸ ਦੀ ਅਗਰ ਆਪਾਂ ਗੱਲ ਕਰੀਏ ਇਹਨਾਂ ਨੇ ਕੀ ਦੱਸਿਆ ਸੀ, ਦੇਖੋ ਇਹਨਾਂ ਨੇ ਕਿਹਾ ਸੀ ਗ੍ਰਾਫ ਇਹ ਦੇਖਦੇ ਹਾਂ ਕਿ x/m ਇਹਨਾਂ ਨੇ ਜੋ ਆਪਾਂ ਨੂੰ ਫਾਰਮੂਲਾ ਦਿੱਤਾ ਸੀ ਇਜ਼ ਇਕੁਅਲ ਟੂ k p ਦੀ ਪਾਵਰ 1/n, ਜੋ n ਹੋਏਗਾ ਇਹ ਗ੍ਰੇਟਰ ਦੈਨ ਹੋਏਗਾ ਕਿਸ ਤੋਂ? 1 ਤੋਂ। ਹੁਣ x ਕੀ ਹੈ ਆਪਣੇ ਕੋਲ? ਜੋ ਇਸ ਦੇ ਵਿੱਚ x ਹੈ ਉਹ ਕੀ ਹੈ ਆਪਣੇ ਕੋਲ? ਮਾਸ ਆਫ ਗੈਸ ਐਡਜ਼ੋਰਬ। ਇਹ ਕੀ ਹੈ ਆਪਣੇ ਕੋਲ? ਮਾਸ ਆਫ ਗੈਸ ਜੋ ਕੀ ਹੋਈ ਹੈ ਐਡਜ਼ੋਰਬ ਹੋਈ ਹੈ, ਐਡਜ਼ੋਰਬ ਹੋਈ ਹੈ। x ਹੈ। ਹੁਣ m ਕੀ ਹੈ? ਦੇਖੋ m ਵੀ ਮਾਸ ਹੈ ਬਟ ਕਿਸ ਦਾ? ਐਡਜ਼ੋਰਬੈਂਟ ਦਾ। m ਵੀ ਮਾਸ ਹੈ, ਕਿਸ ਦਾ? ਐਡਜ਼ੋਰਬੈਂਟ ਦਾ ਮਾਸ ਹੈ। ਕਲੀਅਰ? ਤਾਂ x ਆਪਣੇ ਕੋਲ ਮਾਸ ਆਫ ਗੈਸ ਜੋ ਐਡਜ਼ੋਰਬ ਹੋਈ ਹੈ, m ਕੀ ਆਪਣੇ ਕੋਲ? ਮਾਸ ਆਫ ਐਡਜ਼ੋਰਬੈਂਟ ਹੈ ਗੈਸ ਦਾ। ਦੇਖੋ ਅਗਰ ਮੈਂ ਇਸ ਦੇ ਵਿੱਚ p ਦੀ ਗੱਲ ਕਰਾਂ ਫਾਰਮੂਲੇ ਦੇ ਵਿੱਚ ਤਾਂ p ਆਪਣੇ ਕੋਲ ਕੀ ਹੈ? ਪ੍ਰੈਸ਼ਰ। P ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ? ਪ੍ਰੈਸ਼ਰ ਨੂੰ ਰਿਪਰੈਜ਼ੈਂਟ ਕਰ ਰਿਹਾ, ਜੋ ਕੀ ਆ ਆਪਾਂ ਕੀ ਕਰਵਾ ਰਹੇ ਜਿਸ ਦੇ ਨਾਲ ਕਿ ਗੈਸ ਵੇਰੀ ਹੋ ਰਹੀ ਹੈ। ਨੈਕਸਟ ਅਗਰ ਮੈਂ ਗੱਲ ਕਰਾਂ K ਤੇ N ਦੀ, K ਐਂਡ N ਆਪਣੇ ਕੋਲ ਕੀ ਹੈ? ਕੌਨਸਟੈਂਟ ਹੈ। K ਐਂਡ N ਕੀ ਆਪਣੇ ਕੋਲ? ਕੌਨਸਟੈਂਟ ਟਰਮਸ ਹੈ ਜੋ ਕਿਸ ਦੇ ਨਾਲ? ਗੈਸ ਦੇ ਨੇਚਰ ਨਾਲ ਕੀ ਹੈ ਚੇਂਜ ਹੁੰਦੀ ਹੈ, ਕਿ ਗੈਸ ਦਾ ਨੇਚਰ ਕਿਸ ਤਰ੍ਹਾਂ ਦਾ ਉਸ ਨਾਲ ਕੀ ਹੁੰਦੀਆਂ ਨੇ? ਚੇਂਜ ਹੁੰਦੀਆਂ ਨੇ। ਕਲੀਅਰ? ਇਸੇ ਦੇ ਬੇਸਿਸ ਤੇ ਆਪਣੇ ਕੋਲ ਕੀ ਮਿਲਿਆ ਸੀ? ਆਪਾਂ ਨੂੰ ਗ੍ਰਾਫ ਦਿੱਤਾ ਗਿਆ ਸੀ ਜਿਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਦੇਖੋ ਇਹ ਕਿ ਆਪਣੇ ਕੋਲ ਗ੍ਰਾਫ ਹੈ ਜੋ x/m ਤੇ p ਦੇ ਵਿੱਚ ਕੀ ਹੈ ਵੇਰੀਏਸ਼ਨ ਸ਼ੋ ਕਰ ਰਿਹਾ। ਇਸ ਦੀ ਸਲੋਪ ਕੀ ਹੋਏਗੀ? 1/n। ਸਲੋਪ ਕਿੰਨੀ ਹੈ? 1/n। ਔਰ ਇਹ ਕੀ ਆਪਣੇ ਕੋਲ ਜੋ ਪੋਰਸ਼ਨ ਹੋਏਗਾ ਇਹ ਕਿਸ ਦਾ ਹੋਏਗਾ? log k ਦਾ। ਇਸ ਦੀ ਡੈਰੀਵੇਸ਼ਨ ਹੈ। ਦੇਖੋ ਕਿਸ ਤਰ੍ਹਾਂ ਨਾਲ ਆਪਾਂ ਕੀ ਕਰ ਸਕਦੇ ਹਾਂ ਸੋਲਵ। ਹੁਣ ਇਸ ਦੇ ਦੋਨੋਂ ਸਾਈਡ ਤੇ ਜੋ ਆਪਣੇ ਕੋਲ ਇਕੁਏਸ਼ਨ ਇਹਨਾਂ ਨੇ ਦਿੱਤੀ ਸੀ log ਲੈ ਸਕਦੇ ਹਾਂ, ਇਸ ਨੂੰ ਸੋਲਵ ਕਰਦੇ ਹਾਂ। ਦੇਖੋ x/m ਸੀ, log ਲੈ ਸਕਦੇ ਹਾਂ x/m ਇਜ਼ ਇਕੁਅਲ ਟੂ log ਕੀ ਸੀ ਆਪਣੇ ਕੋਲ? kp ਦੀ ਪਾਵਰ 1/n। ਕਲੀਅਰ ਹੈ ਇੱਥੇ ਤੱਕ? ਹੁਣ log ਦੀ ਆਈਡੈਂਟਿਟੀ ਦੀ ਅਗਰ ਆਪਾਂ ਗੱਲ ਕਰੀਏ ਇਸ ਦੇ ਵਿੱਚ ਇਸ ਸਾਈਡ ਜੋ ਗ੍ਰਾਫ ਸੀ ਉਹ x/m ਦਾ ਸੀ। ਹੁਣ ਇਸ ਤੋਂ ਮੈਂ ਸੋਲਵ ਕਰ ਸਕਦੀ ਹਾਂ, ਕੀ ਬਣੇਗਾ? log k ਪਲਸ log p ਪਾਵਰ ਕੀ ਆਏਗੀ ਆਪਣੇ ਕੋਲ? 1/n। ਕਲੀਅਰ? ਦੇਖੋ ਹੁਣ ਇਸ ਸਾਈਡ ਵੀ ਆਪਣੇ ਕੋਲ log ਚੱਲ ਰਿਹਾ ਸੇਮ। ਹੁਣ अब जो 1/n ਹੈ ਇਹ ਕੀ ਆਪਣੇ ਕੋਲ ਅੱਗੇ ਆ ਜਾਏਗੀ? ਕੀ ਬਣ ਜਾਏਗਾ? 1/n log p।
देखो डेरीवेशन इदा ही करांगे। इस साइड की अपने को log k। हुण अगर मैं गल करा देखो 1/n log p है, इस साइड अपने कोल की है log k। ये अपने कोल एक आपां जदों स्लोप निकालते हो की निकलदे y इज इक्वल टू mx प्लस c। उस तरह की लाइन नहीं बन गई। इनू दोबारा अगर मैं लिखा तो log x/m इज इक्वल टू 1/n, ए वाली इक्वेशन मैं अगे लिख ली, log p प्लस log k जो अपने कोल की बन जाएगा कॉन्सटेंट। तो इस दे विच देखांगे स्लोप की अपने कोल m, इस दे विच स्लोप की है 1/n। तो इस दी अपने कोल स्लोप की हो जाएगी 1/n, m इज इक्वल टू 1/n। तो इस दी लाइन दी स्लोप की हो जाएगी अपने कोल 1/n, जो किसनों ये किसनों रिप्रजेंट कर दी इक्वेशन, स्ट्रेट लाइन नू रिप्रजेंट कर दी है जो आपां की बनाया ग्राफ दे विच बनाया। इसका मतलब जो वैल्यू होएगी, अगर आप ग्राफ की गल करिए, जस्ट अ सेकेंड, हाँ जी, जस्ट अ सेकेंड आ रहा अपना ग्राफ। तो इस दे विच हाँ जी, तो की सी इस दे विच की है, ये अपने कोल की हो जाएगा थीटा। तो इस दे विच अपनी 1/n की आ गई, इस तरह नाल स्लोप आ गई। ये जो पार्ट होएगा ये log k दा होएगा, जिस दी आपां ने की है हुणे अगर आपां गल करिए इंटरसेप्ट है जो आपां ने कॉन्स्टेंट निकालिया। log की अपने कोल कॉन्स्टेंट है, इंटरसेप्ट है जो आपां स्ट्रेट लाइन दी इक्वेशन दे विच देखिया। इस तरह नाल की अपने कोल इक्वेशन बन जाएगी। नैक्सट आपां टॉपिक करांगे। आई होप तुहानूं ये समझ आ चुकिया होना, ये सिलेबस दे विच भी मैंशन है। नैक्सट है अपने कोल देखो एडजॉर्प्शन फ्रॉम सल्यूशन फेज की अगर आप गल करिए, देखो अलग अलग वे दे नाल एडजॉर्प्शन होंदी है। एडजॉर्प्शन फ्रॉम सल्यूशन फेज, सल्यूशन दे फेज तो जो एडजॉर्प्शन होंदी है, देखो सल्यूशन कोई भी हो सकता है। सल्यूशन का मतलब क्या, लिक्विड होना, चाहे तो वो अपने कोल वाटर हो सकता है, एसिटिक एसिड हो सकता है, कोई भी सल्यूशन। उस तो जो एडजॉर्प्शन होएगी, उस फेज तो जो एडजॉर्प्शन होएगी उसनूं आपां कवांगे। देखो जो एक्सटेंट है एडजॉर्प्शन दा, मीनस एडजॉर्प्शन होना अगर आपां गल करिए वो ना घटदा जांदा है। एडजॉर्प्शन घटती रहती है जिमें जिमें आपां टैंपरेचर नूं की करांगे इनक्रीज, मतलब टैंपरेचर नाल एडजॉर्प्शन का की इफैक्ट पै रहा, एडजॉर्प्शन घटेगी। देखो हुण अगर मैं एग्जाम्पल लै ला, मैंने की लै लिया सल्यूशन लै लिया किस दा, एसिटिक एसिड दा, एसिटिक एसिड दा, और इस दे विच की पाता मैंने, चारकोल पाता। की पाता मैंने, चारकोल पाता। तो देखो हुण चारकोल की करेगा, चारकोल एडजॉर्ब कर लेगा किसनों, एसिटिक एसिड नूं। क्लीयर। तो एडजॉर्प्शन होगी, एसिटिक एसिड की हो गया एडजॉर्ब हो गया किस दे द्वारा, चारकोल नूं। हुण एडजॉर्प्शन दा एक्सटेंट घट जाएगा जिमें जिमें हुण मैं इसदा टैंपरेचर नूं की करदा, इनक्रीज करदा। इस तरह नाल की करदा, इफैक्ट पांदा टैंपरेचर। सिमिलरली अगर मैं गल करा, देखो एडजॉर्प्शन दा एक्सटेंट इनक्रीज होएगा जिमें जिमें मैं की सरफेस एरिया इनक्रीज कर दूंगी। जिद्दां जिद्दां सरफेस एरिया इनक्रीज होएगा उस तरह नाल एडजॉर्प्शन की हो जाएगी, इनक्रीज हो जाएगी। किसदा सरफेस एरिया इनक्रीज किया आपां, एडजॉर्बेंट दा, एडजॉर्बेंट दा, जिस दे अगर आप गल करिए उपर की है एडजॉर्प्शन हो रही है, उसका जो सरफेस एरिया इनक्रीज कर देंगे तो अपने को एडजॉर्प्शन भी की हो जाएगी, इनक्रीज हो जाएगी। इस तो अलावा अगर मैं गल करा, देखो एडजॉर्प्शन किस ते डिपेंड करती है, कॉन्सनट्रेशन ते भी डिपेंड करती है। जो एडजॉर्प्शन होंदी है अपने को वो किस ते डिपेंड करती है, कॉन्सनट्रेशन ते, डिपेंड अपॉन कॉन्सनट्रेशन। किस दा कॉन्सनट्रेशन अगर मैं गल करा, जो अपने कोल की है सल्यूशन है उस दे की है कॉन्सनट्रेशन ते भी की करती है, डिपेंड करती है। ठीक है जी, क्लीयर होया। देखो हुण अगर मैं इसकी गल करा, कॉन्सनट्रेशन किस दे ऑफ सल्यूट, जो सल्यूट है सल्यूशन दे विच, देखो एक सल्यूट हुंदा, एक सॉल्वेंट हुंदा। सल्यूट की हुंदा जो लैस अमाउंट दे विच की है सल्यूशन दे विच प्रेजेंट है, उस ते भी की करती है, डिपेंड करती है। ये कुछ टर्म्स सी जो एडजॉर्प्शन नाल की करती है, वेरी करती है। आई होप तुहानूं ये की है क्लीयर हो चुकी होगी। ठीक है जी। नैक्सट अगर आप गल करांगे एडजॉर्प्शन दी एप्लीकेशनस, एडजॉर्प्शन किस किस चीज़ के लिए अपने लिए आप यूज़ करते हैं, की एप्लीकेशनस हैं एडजॉर्प्शन दी।
ਐਪਲੀਕੇਸ਼ਨਸ ਰਾਈਟਿੰਗ ਥੋੜਾ ਜਿਹਾ ਸਮਝ ਲਿਓ। ਸਭ ਤੋਂ ਪਹਿਲਾਂ ਇਹ ਕੀ ਹੈ, ਸੋਲਿਊਸ਼ਨ ਦੇ ਵਿੱਚੋਂ ਕਲਰਿੰਗ ਮੈਟਰ ਨੂੰ ਰਿਮੂਵ ਕਰਦੀ ਹੈ। ਕਿਸ ਲਈ ਯੂਜ਼ ਹੁੰਦਾ, ਰਿਮੂਵ ਆਫ ਕਲਰਿੰਗ ਮੈਟਰ। ਕਲਰ ਵਾਲਾ ਜੋ ਮੈਟਰ ਹੈ ਉਸਨੂੰ ਰਿਮੂਵ ਕਰਨਾ ਕਿਸ ਦੇ ਵਿੱਚੋਂ, ਸੋਲਿਊਸ਼ਨ ਦੇ ਵਿੱਚ ਜੋ ਕਲਰਿੰਗ ਮੈਟਰ ਹੈ ਉਸਨੂੰ ਰਿਮੂਵ ਕਰਨ ਦੇ ਵਿੱਚ ਹੈਲਪ ਕਰਦੀ ਹੈ। ਸੈਕਿੰਡ ਅਗਰ ਮੈਂ ਇਸ ਦੀ ਗੱਲ ਕਰਾਂ, ਐਡਜ਼ੋਰਪਸ਼ਨ ਕਿੱਥੇ ਯੂਜ਼ ਹੁੰਦਾ ਹੈ, ਇਹ ਗੈਸ ਮਾਸਕ ਜੋ ਹੁੰਦੇ ਹੈ, ਗੈਸ ਜੋ ਮਾਸਕਸ ਹੁੰਦੇ ਆ ਕੋਵਿਡ ਦੇ ਵਿੱਚ ਬਹੁਤ ਯੂਜ਼ ਹੋਏ ਹੈ, ਉਹਨਾਂ ਦੇ ਲਈ ਵੀ ਕੀ ਕੀਤਾ ਜਾਂਦਾ, ਯੂਜ਼ ਕੀਤਾ ਜਾਂਦਾ। ਜਿਵੇਂ ਹੁਣ ਦੇਖੋ ਕੋਈ ਇੰਡਸਟਰੀਜ਼ ਦੇ ਵਿੱਚ ਕੋਈ ਕੰਮ ਕਰ ਰਹੇ ਨੇ ਤਾਂ ਉਹ ਕੀ ਗੈਸ ਮਾਸਕ ਲੈਂਦੇ ਹੈ, ਠੀਕ ਹੈ ਜੀ। ਉਹ ਵੀ ਕੀਜ਼ ਤੋਂ ਬਣੇ ਹੁੰਦੇ ਆ, ਐਡਜ਼ੋਰਪਸ਼ਨ ਤੋਂ ਬਣੇ ਹੁੰਦੇ ਆ। ਹਿਊਮਿਡਿਟੀ ਨੂੰ ਕੰਟਰੋਲ ਕਰਦੇ ਆ, ਹਿਊਮਿਡਿਟੀ ਨੂੰ ਕੰਟਰੋਲ ਕਰਦੇ ਆ, ਹਿਊਮਿਡਿਟੀ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦਾ ਐਡਜ਼ੋਰਪਸ਼ਨ। ਦੇਖੋ ਆਪਾਂ ਨੇ ਨਾ ਕਈ ਵਾਰ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਹਾਂ, ਜਿਵੇਂ ਬਾਕਸ ਵਗੈਰਾ ਦੇ ਵਿੱਚ ਨਾ ਵਾਈਟ ਕਲਰ ਦੇ ਨਾ ਆਪਣੇ ਕੋਲ ਸਟ੍ਰਿਪਸ ਲਗਾ ਲਓ ਜਾਂ ਪੈਕੇਟ ਪਏ ਹੁੰਦੇ ਆ, ਠੀਕ ਹੈ, ਜਿਵੇਂ ਸਿਲਿਕਾ ਜੈਲ ਵਗੈਰਾ ਦੇ, ਉਹਨਾਂ ਦਾ ਕੀ ਕੰਮ ਹੁੰਦਾ ਹੈ, ਐਡਜ਼ੋਰਪਸ਼ਨ ਨੂੰ ਹਿਊਮਿਡਿਟੀ ਨੂੰ ਕੰਟਰੋਲ ਕਰਨਾ। ਜਿਵੇਂ ਸਿਲਿਕਾ ਜੈਲ ਵਗੈਰਾ ਦੇ ਪੈਕੇਟ ਪਏ ਹੁੰਦੇ ਆ ਤਾਂ ਹਿਊਮਿਡਿਟੀ ਨੂੰ ਕੰਟਰੋਲ ਕਰਦੇ ਆ। ਉਹ ਪ੍ਰੋਪਰਟੀ ਕਿਸ ਦੀ ਹੈ, ਐਪਲੀਕੇਸ਼ਨ ਕਿਸ ਦੀ ਹੈ, ਐਡਜ਼ੋਰਪਸ਼ਨ ਦੀ, ਠੀਕ ਹੈ ਜੀ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਜੋ ਐਡਜ਼ੋਰਪਸ਼ਨ ਹੈ ਇਹ ਕੁਝ ਡਿਸੀਜ਼ਿਸ ਦਾ ਕੀ ਹੈ, ਇਲਾਜ ਕਰਨ ਦੇ ਵਿੱਚ ਵੀ ਕੀ ਹੈ, ਕੰਮ ਆਉਂਦੇ ਨੇ। ਕਿਊਰਿੰਗ ਆਫ ਡਿਸੀਜ਼ਿਸ ਦੇ ਲਈ ਵੀ ਕੀ ਹੈ, ਕੰਮ ਕੀਤੀ ਜਾਂਦੀ ਹੈ ਐਡਜ਼ੋਰਪਸ਼ਨ, ਕਿਊਰਿੰਗ ਆਫ ਡਿਸੀਜ਼ਿਸ। ਕਲੀਅਰ, ਆਈ ਹੋਪ ਤੁਹਾਨੂੰ ਐਪਲੀਕੇਸ਼ਨਸ ਸਮਝ ਆ ਚੁੱਕੀਆਂ ਹੋਣੀਆਂ। ਨੈਕਸਟ ਆਪਾਂ ਕਰਾਂਗੇ, ਦੇਖੋ ਕੋਲਾਈਡਸ ਦੇ ਬਾਰੇ। ਕੋਲਾਈਡ ਦੇ ਵਿੱਚ ਸਭ ਤੋਂ ਪਹਿਲਾਂ ਮਿਕਸਚਰ ਦੋ ਤਰ੍ਹਾਂ ਦੇ ਹੁੰਦੇ ਆਪਣੇ ਕੋਲ। ਪਹਿਲਾਂ ਆਪਾਂ ਡਿਸਕਸ ਕਰਾਂਗੇ ਮਿਕਸਚਰ ਕੀ ਹੁੰਦੇ ਆ। ਮਿਕਸਚਰ ਦੋ ਤਰ੍ਹਾਂ ਦੇ ਹੁੰਦੇ ਆ, ਵਨ ਇਜ਼ ਹੋਮੋਜੀਨੀਅਸ, ਹੋਮੋਜੀਨੀਅਸ, ਸੈਕਿੰਡ ਵਨ ਇਜ਼ ਹੈਟਰੋਜੀਨੀਅਸ, ਹੈਟਰੋਜੀਨੀਅਸ। ਦੇਖੋ ਇਹ ਤਾਂ ਆਪਾਂ ਛੋਟੀ ਕਲਾਸਿਸ ਤੋਂ ਕਰਦੇ ਆ ਰਹੇ ਹਾਂ ਦੋਨੋਂ, ਹੋਮੋਜੀਨੀਅਸ ਐਂਡ ਹੈਟਰੋਜੀਨੀਅਸ। ਹੋਮੋਜੀਨੀਅਸ ਕੀ ਹੁੰਦਾ, ਹੋਮੋਜੀਨੀਅਸ ਹੁੰਦਾ ਜੋ ਸੇਮ ਕਾइंड ਦੇ ਹੋਣ, ਜੋ ਚੀਜ਼ ਸੇਮ ਕਾइंड ਦੇ ਹੋਣ ਜਾਂ ਫਿਰ ਸੇਮ ਨੇਚਰ ਦੇ ਹੋਣ, ਉਸਨੂੰ ਆਪਾਂ ਕੀ ਬੋਲਦੇ ਹਾਂ, ਹੋਮੋਜੀਨੀਅਸ ਬੋਲਦੇ ਹਾਂ। ਕੋਈ ਵੀ ਅਗਰ ਆਪਾਂ ਗੱਲ ਕਰੀਏ, ਦੇਖੋ ਸੋਲਿਊਸ਼ਨ ਹੈ, ਵਾਟਰ ਲਗਾ ਲਓ, ਸਿੰਪਲ ਜੋ ਵਾਟਰ ਹੈ ਉਹ ਕੀ ਹੈ, ਕੋਈ ਵੀ ਵਾਟਰ ਲੈ ਸਕਦੇ ਹੋ ਤੁਸੀਂ, ਟੈਪ ਵਾਟਰ ਲੈ ਲਓ ਜਾਂ ਫਿਰ ਆਪਣਾ ਕੋਈ ਵੀ ਰੇਨ ਵਾਟਰ ਲੈ ਲਓ। ਹੁਣ ਉਹ ਬਣੀ ਤਾਂ ਸੇਮ ਚੀਜ਼ ਤੋਂ ਹੀ ਹੈ, ਹਾਈਡਰੋਜਨ ਅਤੇ ਆਕਸੀਜਨ ਨੂੰ ਮਿਲਾ ਕੇ ਬਣੀ ਹੋਈ ਹੈ। ਤਾਂ ਜਿੰਨੇ ਵੀ ਸੋਲਿਊਸ਼ਨ ਨੇ ਉਹ ਸਾਰੇ ਕਿਸ ਦੇ ਵਿੱਚ ਆ ਜਾਂਦੇ ਨੇ, ਆਪਣੇ ਕੋਲ ਹੋਮੋਜੀਨੀਅਸ ਦੇ ਵਿੱਚ। ਨੈਕਸਟ ਅਗਰ ਮੈਂ ਗੱਲ ਕਰਾਂ ਹੈਟਰੋਜੀਨੀਅਸ, ਹੈਟਰੋਜੀਨੀਅਸ ਕੀ ਹੁੰਦਾ, ਜੋ ਡਿਫਰੈਂਟ ਕਾइंड ਦੀਆਂ ਚੀਜ਼ਾਂ ਹੋਣ, ਜਿਸ ਦੇ ਵਿੱਚ ਕੁਛ ਨਾ ਕੁਛ ਕੀ ਹੋਵੇ, ਮਿਕਸਚਰ ਕੀਤਾ ਹੋਵੇ। ਡਿਫਰੈਂਟ ਕਾइंड ਦੀ ਜੋ ਚੀਜ਼ਾਂ ਹੁੰਦੀਆਂ ਨੇ ਉਸਨੂੰ ਆਪਾਂ ਕੀ ਬੋਲ ਦਿੰਦੇ ਹਾਂ, ਹੈਟਰੋਜੀਨੀਅਸ ਬੋਲਦੇ ਹਾਂ। ਜਿਹਦੇ ਵਿੱਚ ਆਪਣੇ ਕੋਲ ਕੀ ਆ ਜਾਂਦੇ ਨੇ, ਕੋਲਾਈਡ ਆ ਜਾਂਦੇ ਨੇ, ਜਿਹਦੇ ਵਿੱਚ ਜੋ ਹੁਣ ਕੁਝ ਪਾਰਟੀਕਲਸ ਨੇ, ਕੋਲਾਈਡ ਦਾ ਮਤਲਬ ਕੁਝ ਪਾਰਟੀਕਲਸ ਤਾਂ ਲਾਰਜ ਸਾਈਜ਼ ਦੇ ਹੈ, ਕੁਝ ਪਾਰਟੀਕਲ ਕੀ ਆਪਣੇ ਕੋਲ ਸਮੋਲ ਸਾਈਜ਼ ਦੇ ਹੈ, ਮਤਲਬ ਡਿਫਰੈਂਟ ਸਾਈਜ਼ ਦੇ ਕੀ ਹੈ ਪਾਰਟੀਕਲਸ ਜਿਹਦੇ ਵਿੱਚ ਪ੍ਰੈਜ਼ੈਂਟ ਹੋਣ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਕੋਲਾਈਡ। ਇਸ ਤੋਂ ਇਲਾਵਾ ਸਸਪੈਂਸ਼ਨ ਵਗੈਰਾ ਵੀ ਇਸ ਦੇ ਵਿੱਚ ਆ ਜਾਂਦੀ ਹੈ। ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਕੋਲਾਈਡ ਕੀ ਆਪਣੇ ਕੋਲ ਹੈਟਰੋਜੀਨੀਅਸ ਸੋਲਿਊਸ਼ਨ ਹੈ। ਆਪਾਂ ਨੇ ਕੀ ਪੜ੍ਹਨਾ ਸੀ ਹੁਣ, ਕੋਲਾਈਡ, ਇਸ ਲਈ ਤੁਹਾਨੂੰ ਪਹਿਲਾਂ ਮਿਕਸਚਰ ਦੱਸਿਆ ਸੀ। ਦੇਖੋ ਕੋਲਾਈਡਸ ਕੀ ਹੁੰਦੇ ਆ, ਕੋਲਾਈਡਸ ਕੀ ਆਪਣੇ ਕੋਲ ਹੈਟਰੋਜੀਨੀਅਸ ਮਿਕਸਚਰ ਹੈ, ਹੈਟਰੋਜੀਨੀਅਸ ਮਿਕਸਚਰ ਹੈ ਜਿਸ ਦੇ ਵਿੱਚ ਅਲੱਗ-ਅਲੱਗ ਕਾइंड ਦਾ ਕੀ ਪਾਇਆ ਜਾਂਦਾ, ਮਟੀਰੀਅਲ ਪਾਇਆ ਜਾਂਦਾ। ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਇੱਕ ਤਾਂ ਆਪਣੇ ਕੋਲ ਡਿਸਪਰਸ ਫੇਜ਼ ਹੋਏਗਾ, ਜਿਵੇਂ ਆਪਾਂ ਸਲਿਊਟ ਕਰਦੇ ਆ ਨਾ, ਸਲਿਊਟ ਐਂਡ ਸੋਲਵੈਂਟ, ਸਿਮਿਲਰਲੀ ਇਸ ਦੇ ਵਿੱਚ ਇੱਕ ਤਾਂ ਆਪਣੇ ਕੋਲ ਡਿਸਪਰਸਡ ਫੇਜ਼ ਹੋਏਗਾ ਐਂਡ ਜੋ ਜਿਹਦੇ ਜੋ ਪਾਰਟੀਕਲ ਨੇ, ਡਿਸਪਰਸਡ ਫੇਜ਼ ਦੇ ਜੋ ਪਾਰਟੀਕਲ ਨੇ ਉਹ ਬਹੁਤ ਹੀ ਬਰੀਕ ਨੇ, ਬਹੁਤ ਹੀ ਬਰੀਕ ਨੇ, ਵੈਰੀ ਫਾਈਨ ਪਾਰਟੀਕਲਸ ਨੇ ਡਿਸਪਰਸਡ ਫੇਜ਼ ਦੇ। ਜਿਵੇਂ ਆਪਣੇ ਕੋਲ ਆਪਾਂ ਸਲਿਊਟ ਕਹਿ ਦਈਏ ਲੈਸ ਅਮਾਊਂਟ 'ਚ ਪਾਉਂਦੇ ਸੀ, ਐਵੇਂ ਜੋ ਆਪਣਾ ਡਿਸਪਰਸਡ ਫੇਜ਼ ਹੋਏਗਾ ਉਸ ਦੇ ਜੋ ਪਾਰਟੀਕਲਸ ਹੋਣਗੇ ਬਹੁਤ ਫਾਈਨ ਪਾਰਟੀਕਲ ਹੋਣਗੇ, ਮਤਲਬ ਬਰੀਕ ਪਾਰਟੀਕਲਸ ਹੋਣਗੇ, ਜੋ ਕਿਸ ਦੇ ਵਿੱਚ ਪਾਏ ਜਾਣਗੇ, ਅਨਦਰ ਸੋਲਿਊਸ਼ਨ ਦੇ ਵਿੱਚ ਜਾਂ ਸਬਸਟੈਂਸ ਦੇ ਵਿੱਚ, ਜਿਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਡਿਸਪਰਜ਼ਨ ਮੀਡੀਅਮ ਕਹਿ ਦਿੰਦੇ ਹਾਂ। ਅਨਦਰ ਸੋਲਿਊਸ਼ਨ ਦੇ ਵਿੱਚ ਜਿਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਡਿਸਪਰਜ਼ਨ ਮੀਡੀਅਮ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਹਾਂ, ਡਿਸਪਰਜ਼ਨ ਮੀਡੀਅਮ,
ठीक है जी। ये अपने कोल की सीगा, अगर आप गल करिए कोलाइड्स की, तो आई होप तुहानूं कोलाइड्स क्लीयर हो चुकिया होना। कोलाइड्स अपने कोल की हुंदे आ, हैट्रोजीनियस पार्टिकल, जिस दे विच अगर आप गल करिए डिस्पर्स्ड फेस, जो बहुत ही बरीक पार्टिकल्स मिक्स हुंदे ने किस दे विच, डिस्पर्जन मीडियम दे विच, उसनूं आपां की कह दिंदे आ, कोलाइड्स कह दिंदे आ। क्लीयर। हुण आपां देखदे आ कोलाइड्स आपां डेली लाइफ दे विच कित्थे कित्थे देखदे आ या किस तरह नाल ये की है वेरी करदे आ। जिमें अपना ह्यूमन ब्लड लगा लो, ठीक है जी, RBC हो गए, विच वाइट ब्लड सैल लगा लो, ये की है अलग अलग काइंड के अपने ब्लड दे विच पाए जाते हैं। ईवन मिल्क दे विच लगा लो, डिस्पर्स्ड फेस होंगे, डिस्पर्जन मीडियम होंगे। मीनस इन्हां दी फिजिकल स्टेट वेरी करदियां ने। हुण वो सॉलिड हो सकते हैं, लिक्विड हो सकते हैं या गैसियस हो सकते हैं। पार्टिकल्स सॉलिड हो सकते हैं, लिक्विड फेस दे विच हो सकते हैं या गैसियस फेस दे विच की हो सकते हैं, प्रेजेंट हो सकते हैं। इस तरह नाल की किया जाता है, इन्हों क्लासीफाई किया जाता है। ठीक है जी। जिवें हुण सोयल के अलग अलग पार्टिकल्स होंगे ना, वड्डे छोटे, उस वे दे नाल मतलब की है, इस दे विच की है नेचर देखा जाता है। नेचर किस दे विच, डिस्पर्स फेज एंड डिस्पर्जन मीडियम दे विचकार की देखा जाता है, नेचर देखा जाता है। उन्हां दा किदां दा नेचर है, उन्हां दे पार्टिकल्स दा साइज़ देखा जाता है। पार्टिकल्स का दोनों का साइज़ देखा जाता है कि किदां दे पार्टिकल्स की है प्रेजेंट है उन्होंने अंदर। ठीक है जी। ये भी इन्हां दे विच की है चीज़ मायने रखती है। सब तो पहला हुण मैं तुहानूं एक करवाऊँगी, इंपॉर्टेंट है, एक टेबल की तरह कर लियो। इत्थे आपां फेज लिखांगे, दैन मीडियम लिखांगे, तो इत्थे कोलाइड की जो अपने कोल टाइप बनेगी। सब तो पहला सॉलिड, अगर डिस्पर्स्ड फेज अपने कोल सॉलिड है और डिस्पर्जन मीडियम भी सॉलिड है, उसनूं आपां की बोल दिंदे आ, सॉलिड सोल। की बोलते हैं, सॉलिड सोल बोलते हैं। हुण इस दे विच अगर मैं गल करा, इस दे विच दोनों चीज़ां की होणगियां, सॉलिड प्रेजेंट होणगियां। मतलब एक लार्ज अमाउंट ऑफ सॉलिड दे विच स्मॉल अमाउंट ऑफ सॉलिड की करता तुसी मिक्स करता। नैक्सट अगर आप गल करिए, अगर डिस्पर्स्ड फेज सॉलिड है और मीडियम लिक्विड है, तो उसनूं आपां की बोलांगे, सोल बोलांगे। जिवें अगर आप मिट्टी दे विच कह दीए या वाटर दे विच तुसी कोई चीज़ नूं थोड़ी जी मिक्स कर ली, मिट्टी वगैरह मिक्स कर ली, इस तरह नाल। अगर थर्ड की गल करा, अगर डिस्पर्स्ड फेज अपने कोल सॉलिड है और डिस्पर्जन मीडियम गैस, मतलब लार्ज अमाउंट दे विच गैस प्रेजेंट है, उसनों की बोलते हैं आपां, एरोसोल बोलते हैं। जिवें आपां डस्ट पार्टिकल्स की गल करिए, एयर दे विच प्रेजेंट हुंदी है। नैक्सट अगर आपां गल करिए, ये तो तिन्ने केस किस दे हो गए अपने कोल, सॉलिड दे, जदों डिस्पर्स्ड फेज अपने कोल की है, सॉलिड। नैक्सट आपां गल करांगे फेज, डिस्पर्स्ड फेज, डिस्पर्स्ड मीडियम एंड टाइप। अगर हुण अपने कोल की है लिक्विड है, डिस्पर्स्ड फेज लिक्विड है और मीडियम की है अपने कोल सॉलिड, तो की बन जाएगी अपने कोल, जैल बन जाएगी। ठीक है जी। मतलब ज़्यादा सॉलिड प्रेजेंट है और लिक्विड घट। अगर दोनों लिक्विड ही लिक्विड है, दैन वो की बन जाता है, इमल्शन। जिवें मिल्क, मिल्क दे विच वाटर, इमल्शन आ जाएगा, ऑयल लगा लो। नैक्सट अगर मैं गल करा, लिक्विड प्रेजेंट है किस दे विच, गैस दे विच। ज़्यादा की अपने कोल गैस, उस दे विच कुछ मॉलिक्यूल्स की ने लिक्विड दे प्रेजेंट है, उसनों आपां की बोल दिंदे आ, एरोसोल। की बोल दिंदे आ, एरोसोल। एरोसोल पहला आया सी जदों गैस दे विच सॉलिड मिक्स है, तां भी एरोसोल कहने आ। अगर गैस दे विच लिक्विड लैस अमाउंट दे विच मिक्स है, तां भी उसनों की कहा जाता है, एरोसोल कहा जाता है। ठीक है जी। ये कुछ भी अगर आप गल करिए, जिमें वाटर वेपर प्रेजेंट होन एयर दे विच, वो किस दे विच आ जाएंगे, एरोसोल दे विच आ जाएंगे। नैक्सट हुण आप गल करांगे, जदों तिन्ने अपने कोल की है गैसेज ने, जो फेज है वो की है अपने कोल गैसेज है, तो अपने कोल की बनती है, केड़ी टाइप। अगर डिस्पर्स फेज गैस है और अपने कोल मीडियम की है सॉलिड है, तो अपने कोल की बनेगा, सॉलिड सोल बन जाएगा, सॉलिड सोल बन जाएगा। ठीक है जी। अगर आप गल करिए अपने कोल डिस्पर्स फेज गैस है और डिस्पर्जन मीडियम लिक्विड है, तो अपने कोल फोम बन जाएगी, जिवें झग बन जाती है, उस तरह नाल, क्योंकि हुण अपने कोल लिक्विड की है ज़्यादा प्रेजेंट है। ठीक है जी। इस वे दे नाल की है ये क्लासीफाई किए गए है। अगर गैस गैस दे नाल मिक्स हो जाती है, तो वो दो टाइप का बन जाता है।
ਗੈਸ ਗੈਸ ਦੇ ਵਿੱਚ ਮਿਕਸ ਹੋ ਜਾਂਦੀ ਹੈ ਤਾਂ ਜਾਂ ਤਾਂ ਉਹ ਹੋਮੋਜੀਨੀਅਸ ਮਿਕਸਚਰ ਹੋਏਗਾ। ਹੋਮੋਜੀਨੀਅਸ ਮਤਲਬ ਸੇਮ ਕਾइंड ਦਾ, ਜਿਹੜੀ ਦੋਨੋਂ ਗੈਸਿਸ ਮਿਕਸ ਹੋਈਆਂ ਨੇ ਉਹ ਸੇਮ ਹੋਣਗੀਆਂ, ਕੀ ਬਣ ਜਾਏਗਾ ਹੋਮੋਜੀਨੀਅਸ ਮਿਕਸਚਰ ਫॉर्म ਹੋ ਜਾਏਗਾ। ਜਾਂ ਫਿਰ ਇਹ ਕੋਲਾइडल सिस्टम ही नहीं होएगा। अगर दोनों सेम नहीं हैगियां ਤਾਂ ਕੋਲਾइडल सिस्टम ही नहीं होएगा। मतलब अगर गैस गैस ਦੇ ਵਿੱਚ ਮਿਕਸ ਹੈ ਤਾਂ ਹੋਮੋਜੀਨੀਅਸ ਮਿਕਸਚਰ ਹੋਣਾ ਜ਼ਰੂਰੀ ਹੈ, ਅਦਰਵਾਈਜ਼ ਉਹ ਕੋਲਾइडल सिस्टम नहीं होएगा। ਕਲੀਅਰ ਹੋਇਆ ਤੁਹਾਨੂੰ? ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ। ਠੀਕ ਹੈ ਜੀ। ਜਿਵੇਂ ਹੁਣ ਅਗਰ ਆਪਾਂ ਗੱਲ ਕਰੀਏ ਜਿਵੇਂ ਲਿਕੁਇਡ ਦੇ ਵਿੱਚ ਅਗਰ ਆਪਾਂ ਗੱਲ ਕਰ ਸਕਦੇ ਹਾਂ ਲਿਕੁਇਡ ਇਨ ਲਿਕੁਇਡ ਵਾਲਾ ਵੀ ਫਿਜ਼ੀਕਲ ਸਟੇਟ ਹੋ ਸਕਦੀ ਹੈ, ਸੋਲਿਡ ਇਨ ਲਿਕੁਇਡ ਵੀ, ਲਿਕੁਇਡ ਇਨ ਸੋਲਿਡ ਵੀ। ਤਾਂ ਤੁਹਾਨੂੰ ਕੋਈ ਵੀ ਪੁੱਛ ਸਕਦੇ ਨੇ, ਤਿੰਨੇ ਆਪਸ਼ਨਸ ਦੇਤੀਆਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਕਿਸ ਦੀ ਟਾਈਪ ਹੈ। ਜਾਂ ਫਿਰ ਤੁਹਾਨੂੰ ਦੇਤੀ ਗੈਸ ਸੋਲਿਡ, ਗੈਸ ਲਿਕੁਇਡ, ਤਾਂ ਤੁਹਾਨੂੰ ਕੀ ਹੈ ਪਤਾ ਹੋਣਾ ਚਾਹੀਦਾ ਇਹ ਕਿਸ ਟਾਈਪ ਦੇ ਵਿੱਚ ਕੀ ਹੈ ਆ ਜਾਂਦਾ। ਕਲੀਅਰ ਹੈ ਜੀ। ਆਈ ਹੋਪ ਤੁਹਾਨੂੰ ਇੱਥੇ ਤੱਕ ਕਲੀਅਰ ਹੋ ਚੁੱਕਿਆ ਹੋਣਾ। ਨੈਕਸਟ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਅਗਰ ਵੀਡੀਓ ਅੱਛੀ ਲੱਗੀ ਤਾਂ ਫੀਡਬੈਕ ਜ਼ਰੂਰ ਦਈਓ, ਲਾਈਕ ਜ਼ਰੂਰ ਕਰ ਦਿਓ। ਅਗਰ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਕਮੈਂਟ ਕਰਨਾ ਨਾ ਭੁੱਲਿਓ। ਥੈਂਕ ਯੂ।